इस वारी पंजाब चोणां दे लई नामजदगियां भरन दे पिछले सारे रिकॉर्ड टुट गए ने। सत श्री अकाल जी, दा खालस टीवी दे प्राइम टाइम दे विच सब दा स्वागत है। मैं हरशरण कौर ते ਇਹ ਵੀ ਤੁਹਾਨੂੰ ਪ੍ਰਾਈਮ ਟਾਈਮ ਦੇ ਵਿੱਚ ਦੱਸਾਂਗੇ ਨਾਮਜ਼ਦਗੀਆਂ ਦੇ ਨਾਲ ਕਿ ਸਿਆਸਤ ਹੈ ਜਿਹੜੀ ਉਹ ਕਿਵੇਂ ਮਾਇਆ ਜਾਲ ਦਾ ਸਭ ਤੋਂ ਵੱਡਾ ਜ਼ਰੀਆ ਬਣ ਗਈ ਹੈ ਅੱਜ ਦੇ ਸਮੇਂ ਦੇ ਵਿੱਚ ਇਸ ਮੁਲਕ ਦੇ ਵਿੱਚ, ਜਿਹਦੇ ਵਿੱਚ ਪੰਜਾਬ ਵੀ ਆਉਂਦਾ ਹੈ। ਤੇ ਇਸ ਵਾਰੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ ਕਿ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਨੇ। ਆਮ ਲੋਕ ਨੇ ਜਿਹੜੇ ਉਹ ਵੀ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣ ਲੱਗੇ ਨੇ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਵੱਡੇ पैसे वाले ਜਿਹੜੇ ਸਿਆਸਤਦਾਨ ਨੇ ਜਾਂ ਵੱਡੀਆਂ ਜ਼ਮੀਨਾਂ ਵਾਲੇ ਲੋਕ ਨੇ ਜਿਨ੍ਹਾਂ ਦਾ ਸਿਆਸੀ ਪਿਛੋਕੜ ਹੈ ਉਹੀ ਚੋਣਾਂ ਲੜ ਸਕਦੇ ਨੇ, ਪਰ ਹੁਣ ਆਮ ਬੰਦਾ ਵੀ ਚੋਣਾਂ ਦੇ ਪਿੜ ਵਿੱਚ ਨਿੱਤਰ ਕੇ ਇਹਨਾਂ ਵੱਡੇ ਸਿਆਸਤਦਾਨਾਂ ਨੂੰ ਟੱਕਰ ਦੇਣ ਲੱਗਿਆ। ਸੋ ਇਹ ਵੀ ਪਹਿਲੀ ਵਾਰੀ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨਿੱਤਰੀਆਂ ਨੇ। 5 ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਗੱਠਜੋੜ ਵੀ ਹੈਗੇ ਨੇ ਉਹ ਤਾਂ ਮੁੱਖ ਤੌਰ ਤੇ ਦਿਖਦੇ ਹੀ ਨੇ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦੀ ਜਿਹੜੀ ਪਾਰਟੀ ਹੈ ਉਹ ਵੀ ਚੋਣ ਮੈਦਾਨ ਦੇ ਵਿੱਚ ਨਿੱਤਰੀ ਹੋਈ ਹੈ। ਹੋਰ ਬਹੁਤ ਸਾਰੇ ਛੋਟੇ ਵੱਡੇ ਗਰੁੱਪ ਹੈਗੇ ਨੇ, ਜਥੇਬੰਦੀਆਂ ਨੇ ਜਿਹੜੀਆਂ ਕਿ ਵਿਧਾਨ ਸਭਾ ਚੋਣਾਂ ਵਿੱਚ ਨਿੱਤਰੀਆਂ ਹੋਈਆਂ ਨੇ ਤੇ ਆਜ਼ਾਦ ਉਮੀਦਵਾਰ ਵੱਖਰੇ ਹੁੰਦੇ ਨੇ। ਪਿਛਲੇ ਵਾਰ ਦੀਆਂ ਚੋਣਾਂ ਦੇ ਵਿੱਚ 2017 ਦੇ ਵਿੱਚ 3 ਪਾਰਟੀਆਂ ਆਮੋ ਸਾਹਮਣੇ ਸਨ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ। ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਸੀ ਤੇ ਇਸ ਵਾਰੀ ਇਹ ਮੁਕਾਬਲਾ 5 ਕੋਣਾ ਬਣ ਗਿਆ। 2012 ਤੱਕ ਕਾਂਗਰਸ ਤੇ ਅਕਾਲੀ ਹੀ ਇੱਥੇ ਵੋਟਾਂ ਦੀ ਖੇਡ ਖੇਡਦੇ ਰਹੇ ਨੇ। ਉੱਤਰ ਕਾਟੋ ਮੇਰੀ ਵਾਰੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਖੱਬੀਆਂ ਧਿਰਾਂ ਜਾਂ ਬਹੁਜਨ ਸਮਾਜ ਪਾਰਟੀ ਨੇ ਚੋਣਾਂ ਤਾਂ ਲੜੀਆਂ, ਪਰ ਵੱਡੀ ਧਿਰ ਵਜੋਂ ਕਦੇ ਵੀ ਉੱਪਰ ਕੇ ਸਾਹਮਣੇ ਨਹੀਂ ਆ ਸਕੀਆਂ। ਪੰਜਾਬ ਦੇ ਵਿੱਚ ਕਈ ਹੋਰ ਪੰਥਕ ਧਿਰਾਂ ਵੀ ਮੈਦਾਨ ਦੇ ਵਿੱਚ ਨਿੱਤਰਦੀਆਂ ਰਹੀਆਂ ਨੇ ਤੇ ਇਹ ਪਹਿਲੀ ਵਾਰੀ ਹੈ ਜਦੋਂ ਪੌਣੇ 2300 ਤੋਂ ਵੱਧ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਨੇ। ਸੀਟਾਂ ਸਿਰਫ 117 ਨੇ। ਇਸ ਤੋਂ ਪਹਿਲਾਂ ਸਿਰਫ ਇੱਕ ਵਾਰੀ ਇਹ ਗਿਣਤੀ 2000 ਨੂੰ ਟੱਪੀ ਸੀ ਤੇ ਐਤਕੀ ਤਾਂ ਰਿਕਾਰਡ ਤੋੜ ਦਿੱਤਾ। ਅੱਜ ਨਾਮਜ਼ਦਗੀਆਂ ਦੀ ਪੜਤਾਲ ਦਾ, ਪੇਪਰਾਂ ਦੀ ਪੜਤਾਲ ਦਾ ਦਿਨ ਹੈ, ਜਦਕਿ 4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਨੇ। ਜਿਹੜੇ ਵੀ ਉਮੀਦਵਾਰ ਆਪਣੇ ਪਰਚੇ ਵਾਪਸ ਲੈਣਾ ਚਾਹੁੰਦੇ ਹੁੰਦੇ ਨੇ ਉਹ ਫਿਰ ਮਿਥੀ ਹੋਈ ਤਰੀਕ ਤੇ ਵਾਪਸ ਲੈ ਸਕਦੇ ਨੇ ਤੇ ਵਾਪਸ ਲੈਣ ਦੀ ਵੀ ਬੜੀ ਦਿਲਚਸਪ ਕਹਾਣੀ ਹੁੰਦੀ ਹੈ। ਕਈ ਜਿਹੜੇ ਉਮੀਦਵਾਰ ਨੇ ਉਹ ਇਸੇ ਝਾਕ ਵਿੱਚ ਖੜੇ ਹੁੰਦੇ ਨੇ ਕਿ ਦੂਸਰੀ ਪਾਰਟੀ ਹੈ ਜਿਹੜੀ ਉਹ ਪੈਸੇ ਦੇ ਕੇ ਮੈਨੂੰ ਬਿਠਾ ਦੇਊਗੀ। ਪੈਸੇ ਲੈ ਕੇ ਕਈ ਉਮੀਦਵਾਰ ਆਪਣੇ ਪਰਚੇ ਵਾਪਸ ਲੈ ਲੈਂਦੇ ਨੇ ਤੇ ਕਈਆਂ ਦਾ ਮਨ ਵੀ ਬਦਲ ਜਾਂਦਾ ਹੈ, ਕਈਆਂ ਦੇ ਹੋਰ ਕਾਰਨ ਵੀ ਬਣਦੇ ਨੇ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਏਗਾ। 10 ਮਾਰਚ ਨੂੰ ਪੰਜਾਬ ਨੂੰ ਹੀ ਨਹੀਂ 5 ਸੂਬਿਆਂ ਨੂੰ ਨਵੀਆਂ ਸਰਕਾਰਾਂ ਮਿਲ ਜਾਣਗੀਆਂ। ਪੋਲਿੰਗ ਦੇ ਦਿਨ ਪੰਜਾਬ ਦੇ ਵਿੱਚ 2.25 ਕਰੋੜ ਦੇ ਕਰੀਬ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਪੰਜਾਬ ਦੀ ਕੁੱਲ ਆਬਾਦੀ ਭਾਵੇਂ 3 ਕਰੋੜ ਦੇ ਕਰੀਬ ਹੈ, ਪਰ ਵੋਟਾਂ ਪਾਉਣ ਦੇ ਯੋਗ ਜਿਹੜੇ ਲੋਕ ਨੇ ਉਹ 2.25 ਕਰੋੜ ਦੇ ਕਰੀਬ ਹੈਗੇ ਨੇ। ਇਸ ਵਾਰੀ ਪੰਜਾਬ ਦੀ ਸਿਆਸਤ ਵਿੱਚ ਵੱਡੀ ਗਿਣਤੀ ਵਿੱਚ ਤੁਰੰਤਰ ਆਪਸ ਦੇ ਵਿੱਚ ਭਿੜਨਗੇ। ਪੰਜਾਬ ਦੇ 3 ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬੀਬੀ ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ। ਹਾਲਾਂਕਿ ਜ਼ਿਆਦਾ ਦੀ ਜਿਹੜੀ ਉਮਰ ਹੈ ਉਹ ਇਸ ਲਿਹਾਜ਼ ਦੀ ਹੈ ਕਿ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੈ, ਪਰ ਹਾਲੇ ਵੀ ਸਿਆਸਤ ਛੱਡਣ ਨੂੰ ਜੀ ਨਹੀਂ ਕਰਦਾ। ਕੇਅਰਟੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕੋ ਇੱਕ ਅਜਿਹੇ ਉਮੀਦਵਾਰ ਨੇ ਜਿਹੜੇ 2 ਥਾਵਾਂ ਤੋਂ ਚੋਣ ਲੜ ਰਹੇ ਨੇ। 3 ਸਾਬਕਾ ਡਿਪਟੀ ਸੀਐਮ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਇਹ ਵੀ ਮੈਦਾਨ ਦੇ ਵਿੱਚ ਡਟ ਗਏ ਨੇ। ਹੋਰ ਦਿਗਜਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ, ਸੰਯੁਕਤ ਸਮਾਜ ਮੋਰਚੇ ਦੇ ਬਲਵੀਰ ਸਿੰਘ ਰਾਜੇਵਾਲ, ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਕੌਮੀ ਐਸਸੀ ਕਮਿਸ਼ਨ ਦੇ ਇਕਬਾਲ ਸਿੰਘ ਲਾਲਪੁਰਾ, ਸਾਬਕਾ ਕੇਂਦਰੀ ਮੰਤਰੀ ਅਤੇ ਘੱਟ ਗਿਣਤੀ ਕੌਮੀ ਕਮਿਸ਼ਨ ਦੇ ਚੇਅਰਮੈਨ, ਹਾਲਾਂਕਿ ਇਹਨਾਂ ਨੇ ਕੱਲ ਹੀ ਅਸਤੀਫਾ ਦਿੱਤਾ ਹੈ ਚੇਅਰਮੈਨੀ ਤੋਂ ਤੇ ਸਵੀਕਾਰ ਵੀ ਕਰ ਲਿਆ ਗਿਆ, ਵਿਜੇ ਸਾਂਪਲਾ। ਇਹਨਾਂ ਸਮੇਤ ਕਈ ਰਿਟਾਇਰਡ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਨੇ ਵੀ ਪਰਚੇ ਭਰੇ ਨੇ ਵੋਟਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ। 2 ਹੋਰ ਤੇਜ਼ ਤਰਾਰ ਲੀਡਰਾਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਨੇ ਵੀ ਮੈਦਾਨ ਦੇ ਵਿੱਚ ਟੱਕਰ ਲਈ ਹੈ, ਇੱਕ ਦੂਸਰੇ ਦੇ ਨਾਲ ਭਿੜੇ ਨੇ ਤੇ ਦੋਹਾਂ ਵਿਚਕਾਰ ਚੱਲ ਰਹੀ ਟੱਕਰ ਇਸ ਵਕਤ ਪੰਜਾਬ ਦੀਆਂ ਵੋਟਾਂ ਦੇ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਹੈ। ਤੇ ਇਹ ਪਹਿਲੀ ਵਾਰੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਚਰਚਾ ਤੋਂ ਬਾਹਰ ਨੇ। ਚਰਚਾ ਦੇ ਵਿੱਚ ਅਕਾਲੀਆਂ ਦਾ ਇੱਕੋ ਹੀ ਲੀਡਰ ਬਿਕਰਮ ਸਿੰਘ ਮਜੀਠੀਆ ਹੈ ਤੇ ਹੋਰ ਵੀ ਰੌਚਕ ਹੈ ਕਿ ਬਿਕਰਮ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੀ ਫਸੇ ਹੋਏ ਨੇ, ਇਲਜ਼ਾਮਾਂ ਦੇ ਵਿੱਚ ਘਿਰੇ ਹੋਏ ਨੇ। ਤੇ ਇਹ ਵੀ ਪਹਿਲੀ ਵਾਰੀ ਹੈ ਜਦੋਂ ਬਜ਼ੁਰਗ ਲੀਡਰ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਡਿਪਟੀ ਸਪੀਕਰ ਰਵੀ ਇੰਦਰ ਸਿੰਘ, ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਅਤੇ ਬਰਨਾਲਾ ਪਰਿਵਾਰ ਚੋਣ ਮਾਹੌਲ ਦੇ ਵਿੱਚੋਂ ਗੈਰ ਹਾਜ਼ਰ ਨੇ। ਸ਼੍ਰੋਮਣੀ ਅਕਾਲੀ
ਦਲ ਅੰਮ੍ਰਿਤਸਰ ਮਾਨ ਦੀ ਜਿਹੜੀ ਪਾਰਟੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ, ਉਸ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਹੋ ਰਹੀ ਹੈ। ਕੁਝ ਧੜਿਆਂ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਇਸ ਪਾਰਟੀ ਨੇ ਇਸ ਵਾਰੀ ਜਿਹੜੇ ਵਧੇਰੇ ਜਿਹੜੇ ਸਰਗਰਮ ਨੌਜਵਾਨ ਨੇ, ਗਰਮ ਖਿਆਲੀ ਨੌਜਵਾਨ ਨੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ। ਇਹ ਪਹਿਲੀ ਵਾਰੀ ਹੈ ਜਦੋਂ ਚੋਣ ਕਮਿਸ਼ਨ ਦੇ ਵੱਲੋਂ ਉਮੀਦਵਾਰਾਂ ਤੇ ਆਪਣਾ ਅਪਰਾਧਿਕ ਪਿਛੋਕੜ ਜਨਤਕ ਕਰਨ ਦੀ ਸ਼ਰਤ ਲਾਈ ਗਈ ਹੈ। ਇਸ ਤੋਂ ਪਹਿਲਾਂ ਸਿਰਫ ਹਲਫੀਆ ਬਿਆਨ ਰਾਹੀਂ ਚੋਣ ਕਮਿਸ਼ਨ ਨੂੰ ਸੂਚਨਾ ਦਿੱਤੀ ਜਾਂਦੀ ਸੀ। ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਜੇ ਕਿਸੇ ਨੇ ਪੜ੍ਹ ਲਈ ਤਾਂ ਪੜ੍ਹ ਲਈ, ਨਹੀਂ ਤਾਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਉਹਨਾਂ ਦਾ ਜਿਹੜਾ ਉਮੀਦਵਾਰ ਹੈ ਉਸ ਦਾ ਕੀ ਪਿਛੋਕੜ ਹੈ, ਕਿੰਨੇ ਉਹ ਤੇ ਪਰਚੇ ਹੋਏ ਨੇ, ਕੀ ਉਹਨੂੰ ਕਦੇ ਸਜ਼ਾ ਵੀ ਹੋਈ ਹੈ, ਕੀ ਕੁਆਲੀਫਿਕੇਸ਼ਨ ਹੈ, ਕਿੰਨੀ ਕੁ ਜਾਇਦਾਦ ਹੈ, ਨਹੀਂ ਪਤਾ ਲੱਗਦਾ ਸੀ। ਪਰ ਇਸ ਵਾਰੀ ਸਭ ਦੇ ਸਾਹਮਣੇ ਇਹ ਬਿਊਰਾ ਰੱਖਣਾ ਪਵੇਗਾ, ਨਹੀਂ ਤਾਂ ਕਾਰਵਾਈ ਕਰੇਗਾ ਚੋਣ ਕਮਿਸ਼ਨ। ਹਾਲ ਦੀ ਘੜੀ ਨਾਮਜ਼ਦਗੀਆਂ ਚੋਂ ਜਿਹੜੀ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਹੈ, ਉਸ ਮੁਤਾਬਿਕ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਸਭ ਤੋਂ ਵੱਧ ਅਮੀਰ ਉਮੀਦਵਾਰ ਨੇ। ਉਹਨਾਂ ਕੋਲੇ 238 ਕਰੋੜ ਦਾ ਮਾਲ ਹੈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਂਦਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਬਾਦਲ ਪਰਿਵਾਰ ਤੋਂ ਵੱਧ ਵੀ ਕੋਈ ਅਮੀਰ ਹੈਗਾ। ਬਾਦਲ ਪਰਿਵਾਰ 202 ਕਰੋੜ 64 ਲੱਖ ਦੀ ਸੰਪत्ति ਦੇ ਮਾਲਕ ਨੇ। ਕਾਂਗਰਸ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਉਮੀਦਵਾਰ ਕਰਨ ਕੌਰ ਬਰਾੜ ਨੇ ਆਪਣੀ ਕੁੱਲ ਜਾਇਦਾਦ 135 ਕਰੋੜ 40 ਲੱਖ ਦੱਸੀ ਹੈ। ਕਾਂਗਰਸ ਦੇ ਹੀ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ ਆਮਦਨ ਪੱਖੋਂ ਚੌਥੇ ਥਾਂ ਤੇ ਦੱਸੇ ਗਏ ਨੇ। ਉਹਨਾਂ ਕੋਲੇ 125 ਕਰੋੜ 66 ਲੱਖ ਦੀ ਪ੍ਰਾਪਰਟੀ ਦੱਸੀ ਜਾਂਦੀ ਹੈ। ਹਾਲਾਂਕਿ ਇਹ ਜੋ ਉਹਨਾਂ ਨੇ ਮੈਂਸ਼ਨ ਕੀਤੀ ਹੈ, ਜੋ ਕਾਗਜ਼ਾਂ ਦੇ ਵਿੱਚ ਹੈ, ਉਹ ਪ੍ਰਾਪਰਟੀ ਹੈ, ਪਰ ਇਹ ਗੱਲ ਯਕੀਨ ਕਰਨ ਦੇ ਵਿੱਚ ਨਹੀਂ ਆਉਂਦੀ ਕਿ ਬਾਦਲ ਪਰਿਵਾਰ ਸਿਰਫ 202 ਕਰੋੜ ਦੀ ਪ੍ਰਾਪਰਟੀ ਦੇ ਹੀ ਮਾਲਕ ਹੋਣ। ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਧਨਾਢ ਉਮੀਦਵਾਰ ਅਮਨ ਅਰੋੜਾ ਨੇ, ਜਿਨ੍ਹਾਂ ਕੋਲ 87 ਕਰੋੜ 74 ਲੱਖ ਦੀ ਪ੍ਰਾਪਰਟੀ ਹੈ। ਵਿਧਾਨ ਸਭਾ ਹਲਕਾ ਪੱਟੀ ਤੋਂ ਅਕਾਲੀ ਦਲ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਦੀ ਜਾਇਦਾਦ 83 ਕਰੋੜ 12 ਲੱਖ ਨੂੰ ਟੱਪ ਗਈ ਹੈ। ਕਲੋਨਾਈਜ਼ਰ ਰਣਜੀਤ ਸਿੰਘ ਗਿੱਲ ਨੇ ਆਪਣੀ ਜਿਹੜੀ ਜਾਇਦਾਦ ਉਹ 74 ਕਰੋੜ ਦੀ ਦੱਸੀ ਹੈ। ਉਹ ਅਕਾਲੀ ਦਲ ਦੇ ਖਰੜ ਤੋਂ ਉਮੀਦਵਾਰ ਨੇ। ਅਕਾਲੀ ਦਲ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਸਰਬਜੀਤ ਸਿੰਘ ਮੱਕੜ ਦੀ ਜਾਇਦਾਦ 73 ਕਰੋੜ 55 ਲੱਖ ਨੂੰ ਪਾਰ ਕਰ ਗਈ ਹੈ। ਉਹ ਜਲੰਧਰ ਛਾਉਣੀ ਤੋਂ ਉਮੀਦਵਾਰ ਨੇ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਬੋਝਾ ਖਾਲੀ ਹੋਣ ਦਾ ਢੰਡੋਰਾ ਪਿੱਟਦੇ ਰਹੇ ਨੇ, ਉਹਨਾਂ ਨੇ ਆਪਣੀ ਜਾਇਦਾਦ 72 ਕਰੋੜ 70 ਲੱਖ ਦੀ ਦੱਸੀ ਹੈ। ਤੇ ਕੇਂਦਰੀ ਮੰਤਰੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮਨਪ੍ਰੀਤ ਬਾਦਲ ਦੇ ਭਾਬੀ ਵੀ ਨੇ। ਉਹਨਾਂ ਨੇ ਇਲਜ਼ਾਮ ਲਾਇਆ ਕਿ ਲੋਕਾਂ ਦਾ ਖਜ਼ਾਨਾ ਤਾਂ ਮਨਪ੍ਰੀਤ ਬਾਦਲ ਨੇ ਖਾਲੀ ਕਰ ਦਿੱਤਾ, ਪਰ ਆਪਣੇ ਖਜ਼ਾਨੇ ਪੂਰੇ ਭਰ ਲਏ। ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਜਿਹੜੇ ਕਿ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਲੜ ਰਹੇ ਨੇ ਸੁਲਤਾਨਪੁਰ ਲੋਧੀ ਤੋਂ, ਉਹ ਵੀ 70 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ। ਹੈਰਾਨ ਨਾ ਹੋਇਓ, ਪਰ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਕੋਈ ਵੀ ਜਾਇਦਾਦ ਨਹੀਂ ਬੋਲਦੀ। ਇਹ ਬੜੀ ਹੈਰਾਨੀ ਦੀ ਗੱਲ ਹੈ। ਅਸਲ ਦੇ ਵਿੱਚ ਸਿਆਸਤ ਨੂੰ ਲੋਕਾਂ ਦੀ ਸੇਵਾ ਘੱਟ ਤੇ ਪੈਸੇ ਕਮਾਉਣ ਦਾ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਪਿਛਲੇ ਸਾਲਾਂ ਦੇ ਉਮੀਦਵਾਰਾਂ ਦੇ ਰਿਕਾਰਡ ਤੇ ਝਾਤ ਮਾਰ ਲਈਏ ਤਾਂ ਕੋਈ ਵੀ ਅਮੀਰ ਤੋਂ ਗਰੀਬ ਨਹੀਂ ਹੋਇਆ, ਸਗੋਂ ਲੱਖਾਂ ਤੋਂ ਕਰੋੜਪਤੀ ਜ਼ਰੂਰ ਬਣ ਗਏ ਨੇ। ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਚੋਣਾਂ ਦੇ ਵਿੱਚ ਉਡਾਏ ਜਾ ਰਹੇ ਪੈਸੇ ਨੂੰ ਰਾਜਨੀਤੀ ਦੇ ਵਿੱਚ ਇਨਵੈਸਟਮੈਂਟ ਦਾ ਨਾਮ ਦਿੱਤਾ ਜਾਣ ਲੱਗਿਆ। ਉਸ ਤੋਂ ਬਾਅਦ ਵਿਧਾਇਕ ਜਾਂ ਮੰਤਰੀ ਦੀ ਆਪਣੀ ਹਿੰਮਤ ਹੁੰਦੀ ਹੈ ਕਿ ਉਹ ਇਸ ਨੂੰ 100 ਗੁਣਾ ਵਧਾ ਲਵੇ ਜਾਂ ਫਿਰ 1000 ਗੁਣਾ। ਇਸ ਵਾਰੀ ਚੋਣ ਮੈਦਾਨ ਵਿੱਚ ਨਿਤਰੇ ਰਿਕਾਰਡ ਤੋੜ ਉਮੀਦਵਾਰਾਂ ਨੂੰ ਵੀ ਇਸੇ ਸੰਦਰਭ ਵਿੱਚ ਰੱਖ ਕੇ ਦੇਖਿਆ ਜਾਣਾ ਬਣਦਾ ਹੈ। ਪਰ ਇੱਥੇ ਅਸੀਂ ਜ਼ਰੂਰ ਗੱਲ ਕਰਾਂਗੇ ਉਸ ਔਰਤ ਉਮੀਦਵਾਰ ਦੀ ਵੀ ਜਿਸ ਦੇ ਕੋਲ ਸਿਰਫ ਹਜ਼ਾਰਾਂ ਦੇ ਵਿੱਚ ਹੀ ਸੰਪत्ति ਹੈ। ਤੇ ਉਸ ਬੀਬੀ ਦਾ ਨਾਮ ਹੈ ਨਰਿੰਦਰ ਕੌਰ ਭਰਾਜ। ਆਮ ਆਦਮੀ ਪਾਰਟੀ ਦੀ ਸੰਗਰੂਰ ਹਲਕੇ ਤੋਂ ਉਮੀਦਵਾਰ ਹੈ। ਨਾ ਆਪਣਾ ਘਰ ਹੈ, ਨਾ ਖੇਤ ਹੈ ਕੋਈ, ਨਾ ਹੀ ਕੋਈ ਵਪਾਰਿਕ ਸੰਪत्ति ਹੈ। 2 ਬੈਂਕ ਖਾਤੇ ਨੇ ਜਿਨ੍ਹਾਂ ਦੇ ਵਿੱਚ ਸਿਰਫ 24,409 ਰੁਪਏ ਨੇ। ਸੋ ਇਹੋ ਜਿਹੇ ਉਮੀਦਵਾਰ ਵੀ ਹੈਗੇ ਨੇ ਜਿਹੜੇ ਕਿ ਬਿਲਕੁਲ ਆਮ ਘਰਾਂ ਦੇ ਵਿੱਚੋਂ ਉੱਠ ਕੇ ਨਿਤਰੇ ਨੇ ਤੇ ਧਨਾੜ ਵੀ ਹੈਗੇ ਨੇ ਜਿਨ੍ਹਾਂ ਦੀ ਸੰਪत्ति ਹੋਰ ਤੇ ਹੋਰ ਵੱਧਦੀ ਜਾਂਦੀ ਹੈ। ਤੇ ਇਸ ਦੇ ਨਾਲ ਹੀ ਜੇ ਸੋਨੇ ਦੀ ਗੱਲ ਕਰ ਲਈਏ ਕਿ ਸੋਨਾ ਕਿਹਦੇ ਕੋਲੇ ਕਿੰਨਾ ਹੈਗਾ ਤਾਂ ਹਲਕਾ ਸੰਗਰੂਰ ਤੋਂ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲੇ ਬਾਦਲ ਪਰਿਵਾਰ ਦੇ ਨਾਲੋਂ ਵੀ ਵੱਧ ਸੋਨਾ ਹੈ। ਪਿਛਲੀ ਵਾਰੀ ਦੀਆਂ ਚੋਣਾਂ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਤਾਂ ਖਬਰਾਂ ਦੇ ਵਿੱਚ ਸਾਹਮਣੇ ਆਇਆ ਸੀ, ਰਿਕਾਰਡ ਬੋਲਦਾ ਸੀ ਕਿ ਹਰਸਿਮਰਤ ਕੌਰ ਬਾਦਲ ਕੋਲ ਸਭ ਤੋਂ ਵੱਧ ਸੋਨਾ ਹੈ। ਸੋਨੇ ਦੇ ਨਾਲ ਲੱਦੀ ਹੋਈ ਹੈ ਹਰਸਿਮਰਤ ਬਾਦਲ, ਪਰ ਐਤਕੀ ਖੰਨਾ ਪਰਿਵਾਰ ਟੱਪ ਗਿਆ ਹੈ। 9 ਕਰੋੜ 77 ਲੱਖ ਦੇ ਗਹਿਣੇ ਨੇ
ਬਾਦਲ ਪਰਿਵਾਰ ਦੂਸਰੇ ਨੰਬਰ ਤੇ ਹੈ। ਬਾਦਲ ਪਰਿਵਾਰ ਦੇ ਕੋਲ 7 ਕਰੋੜ 33 ਲੱਖ ਦੇ ਗਹਿਣੇ ਨੇ, ਜਿਨ੍ਹਾਂ ਦੇ ਵਿੱਚ ਸਟੋਨ, ਡਾਇਮੰਡ, ਸੋਨੇ ਆਦਿ ਦੇ ਗਹਿਣੇ ਨੇ। ਹਰਸਿਮਰਤ ਕੌਰ ਬਾਦਲ ਦੇ ਕੋਲ 7 ਕਰੋੜ 24 ਲੱਖ ਦੇ ਗਹਿਣੇ ਨੇ, ਯਾਨੀ ਕਿ 7 ਕਰੋੜ 33 ਲੱਖ ਦੇ ਵਿੱਚੋਂ ਕੱਲੇ 7 ਕਰੋੜ 24 ਲੱਖ ਦੇ ਗਹਿਣੇ ਤਾਂ ਕੱਲੀ ਹਰਸਿਮਰਤ ਕੌਰ ਬਾਦਲ ਕੋਲ ਹੀ ਨੇ, ਤੇ ਇਹਨਾਂ ਦੇ ਵਿੱਚੋਂ ਕੁਝ ਗਹਿਣੇ ਇਹਨਾਂ ਨੂੰ ਵਿਰਾਸਤ ਦੇ ਵਿੱਚੋਂ ਮਿਲੇ ਨੇ। ਤੇ ਤੀਸਰੇ ਥਾਂ ਤੇ ਸਭ ਤੋਂ ਵੱਧ ਸੋਨਾ ਹੈਗਾ ਜਿਹੜਾ ਉਹ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੇ ਕੋਲ ਹੈ, ਜਿਨ੍ਹਾਂ ਦੇ ਕੋਲ 2 ਕਰੋੜ 28 ਲੱਖ ਰੁਪਏ ਦੇ ਗਹਿਣੇ ਨੇ। ਸੋ ਕਿਹਾ ਜਾ ਸਕਦਾ ਹੈ ਕਿ ਜਿੰਨੇ ਇਹਨਾਂ ਲੀਡਰਾਂ ਦੇ ਕੋਲ, ਇਹਨਾਂ ਪਰਿਵਾਰਾਂ ਦੇ ਕੋਲ, ਸਿਆਸੀ ਪਰਿਵਾਰਾਂ ਦੇ ਕੋਲ ਗਹਿਣੇ ਨੇ, ਉਹਨਾਂ ਗਰੀਬ ਦੇ ਪੀਪੇ ਵਿੱਚ ਆਟਾ ਵੀ ਨਹੀਂ ਹੁੰਦਾ। ਬਹੁਤ ਸਾਰੇ ਜਿਹੜੇ ਸਾਡੇ ਵੋਟਰ ਹੈਗੇ ਨੇ ਪੰਜਾਬ ਦੇ ਵਿੱਚ, 2.25 ਕਰੋੜ ਦੇ ਲਗਭਗ ਵੋਟਰ ਹੈਗੇ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵੋਟਰ ਅਜਿਹੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਰੋਜ਼ਾਨਾ ਜਿਹੜਾ ਆਟਾ ਖਰੀਦ ਕੇ ਰੋਟੀ ਬਣਦੀ ਹੈ, ਮਤਲਬ ਇੰਨੀ ਵੀ ਉਹਨਾਂ 'ਚ ਸਮਰੱਥਾ ਨਹੀਂ ਹੈਗੀ ਕਿ ਇਕੱਠੀ ਆਟੇ ਦੀ ਬੋਰੀ ਲੈ ਆਉਣ। ਸੋ ਕਿਸੇ ਨੂੰ 2 ਡੰਗ ਦੀ ਰੋਟੀ ਮਸਾਂ ਮਿਲਦੀ ਹੈ ਤੇ ਕੋਈ ਸੋਨੇ ਦੀਆਂ ਲਿਸ਼ਕਾਂ ਦੇ ਵਿੱਚ ਪਲਦੇ ਨੇ। ਧੰਨਵਾਦ।